जगदीश टाइटलर ਨੂੰ ਲੈ ਕੇ ਫਿਰ ਛੜਿਆ ਵਿਵਾਦ। ਮਨਜਿੰਦਰ ਸਿਰਸਾ ਨੇ ਲਗਾਇਆ ਇਲਜ਼ਾਮ, ਬੋਲੇ ਸਿੱਖ ਕਤਲੇਆਮ ਦਾ ਮੁਲਜ਼ਮ ਹੋਣ ਦੇ ਬਾਵਜੂਦ ਟਾਈਟਲਰ ਨੂੰ ਦਿੱਤਾ ਗਿਆ ਅਹਿਮ ਅਹੁਦਾ। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਹਲਚਲ ਤੇਜ਼। ਮੁੱਖ ਮੰਤਰੀ ਚੰਨੀ ਦੇ ਵੱਲੋਂ ਸੀਨੀਅਰ ਲੀਡਰਾਂ ਦੇ ਨਾਲ ਮੁਲਾਕਾਤਾਂ ਦਾ ਦੌਰ ਜਾਰੀ। ਅੰਬਿਕਾ ਸੋਨੀ ਤੋਂ ਬਾਅਦ ਅਜੇ ਮਾਕਨ ਦੇ ਨਾਲ ਵੀ ਕੀਤਾ ਗਿਆ ਮੰਥਨ। ਬਠਿੰਡਾ ਪਹੁੰਚੇ ਕੇਜਰੀਵਾਲ ਦਾ ਵਪਾਰੀਆਂ ਨੂੰ ਭਰੋਸਾ, ਸਰਕਾਰ ਬਣੀ ਤਾਂ 1 ਅਪ੍ਰੈਲ ਤੋਂ ਡਰਨ ਦੀ ਨਹੀਂ ਲੋੜ, ਸੁਰੱਖਿਆ ਦੀ ਅਸੀਂ ਲਵਾਂਗੇ ਪੂਰੀ ਜ਼ਿੰਮੇਵਾਰੀ। ਕੇਜਰੀਵਾਲ ਦੇ ਖਿਲਾਫ ਮਾਨਹਾਨੀ ਦਾ ਕੇਸ ਕਰਨਗੇ ਮਨਪ੍ਰੀਤ ਬਾਦਲ ਦੇ ਕਰੀਬੀ ਜੈਜੀਤ ਜੋਹਲ। ਕੇਜਰੀਵਾਲ ਨੇ ਜੋਹਲ ਤੇ ਵਪਾਰੀਆਂ ਤੇ ਗੁੰਡਾ ਟੈਕਸ ਵਸੂਲਣ ਦੇ ਲਗਾਏ ਸਨ ਇਲਜ਼ਾਮ। ਵਪਾਰੀਆਂ ਦੇ ਨਾਲ ਮੁਲਾਕਾਤ ਦੇ ਵਿੱਚ ਕਿਹਾ ਸੀ ਬਠਿੰਡਾ 'ਚ ਵਸੂਲਿਆ ਜਾ ਰਿਹਾ ਜੋ ਟੈਕਸ। बीएसएफ ਦੇ ਮੁੱਦੇ ਤੇ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ। ਅਟਾਰੀ ਬਾਰਡਰ ਤੋਂ ਗੋਲਡਨ ਗੇਟ ਦੇ ਵੱਲ ਵਧ ਰਿਹਾ ਹੈ ਰੋਸ ਮਾਰਚ। ਸੁਖਬੀਰ ਬਾਦਲ ਕਰ ਰਹੇ ਅਗਵਾਈ। बीएसएफ ਦੇ ਮੁੱਦੇ ਤੇ ਬੀਜੇਪੀ ਦਾ ਕਾਂਗਰਸ ਤੇ ਵੱਡਾ ਹਮਲਾ। ਤਰੁਣ ਚੁੱਗ ਬੋਲੇ ਦਰਬਾਰ ਸਾਹਿਬ ਤੇ ਫੌਜ ਚੜਾਉਣ ਵਾਲੇ ਕਿਸ ਹੱਕ ਦੇ ਨਾਲ ਪੁੱਛ ਰਹੇ ਨੇ ਸਵਾਲ। ਕਾਂਗਰਸ ਨੇ ਪੰਜਾਬ ਦੇ ਚੌਂਕਾਂ ਦੇ ਵਿੱਚ ਖੜੀ ਕੀਤੀ ਸੀ BSF। 11 ਮਹੀਨਿਆਂ ਬਾਅਦ ਖੁੱਲਣ ਜਾ ਰਹੇ ਦਿੱਲੀ ਦੇ ਬੰਦ ਪਏ ਰਾਹ। ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੇ ਬੈਰੀਕੇਡ ਹਟਾਉਣ ਦਾ ਕੰਮ ਜਾਰੀ। ਰਾਹ ਖੋਲਣ ਤੇ ਟਿਕੈਤ ਨੇ ਵਿਖਾਏ ਤੇਵਰ। ਬੋਲੇ ਹੁਣ ਸੰਸਦ ਜਾ ਕੇ ਫਸਲ ਵੇਚਣਗੇ ਕਿਸਾਨ। ਤਿਉਹਾਰੀ ਸੀਜ਼ਨ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਹੋ ਰਿਹਾ ਵੱਡਾ ਖਿਲਵਾੜ। ਕੈਮੀਕਲ ਵਾਲੇ ਦੁੱਧ ਦੇ ਨਾਲ ਬਣਾਈਆਂ ਜਾ ਰਹੀਆਂ ਨੇ ਮਠਾਈਆਂ। ਕਰਨਾਲ ਦੇ ਘਰੌਂਡਾ ਦੇ ਵਿੱਚ ਫੂਡ ਸਪਲਾਈ ਵਿਭਾਗ ਨੇ ਛਾਪਾਮਾਰ ਖੋਲੀ ਪੋਲ। ਸਤਿ ਸ਼੍ਰੀ ਅਕਾਲ। ਸਮੇਂ ਦਾ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ। ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਜਗਦੀਸ਼ ਟਾਈਟਲਰ ਤੋਂ। ਵੱਡੀ ਖਬਰ ਹੈ, ਜਗਦੀਸ਼ ਟਾਈਟਲਰ ਨੂੰ ਲੈ ਕੇ ਨਵਾਂ ਵਿਵਾਦ ਛਿੜਿਆ, ਨਵੇਂ ਸਵਾਲ ਉੱਠ ਰਹੇ ਨੇ। ਮਨਜਿੰਦਰ ਸਿਰਸਾ ਨੇ ਇਲਜ਼ਾਮ ਲਗਾਇਆ ਦਿੱਲੀ ਕਾਂਗਰਸ ਦੇ ਵਿੱਚ ਟਾਈਟਲਰ ਨੂੰ ਸਪੈਸ਼ਲ ਇਨਵਾਈਟੀ ਬਣਾਇਆ ਗਿਆ। ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਿਆ। ਸਿਰਸਾ ਦਾ ਕਹਿਣਾ ਹੈ ਕਾਂਗਰਸ ਨੇ ਸਿੱਖਾਂ ਦੇ ਕਾਤਲ ਨੂੰ ਅਹੁਦਾ ਦੇ ਕੇ ਸ਼ਰਮਨਾਕ ਕੰਮ ਕੀਤਾ ਹੈ। ਵੀ ਮਨਜਿੰਦਰ ਸਿਰਸਾ ਕਹਿੰਦੇ ਹੋਏ ਨਜ਼ਰ ਆਏ ਨੇ। ਪੰਜਾਬ ਦੇ ਕਾਂਗਰਸੀ ਫਿਰ ਵੀ ਚੁੱਪ ਨੇ ਕਿਉਂਕਿ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਸਵਾਲ ਜਿੱਥੇ ਕੀਤਾ ਉੱਥੇ ਵੀ ਕਿਹਾ ਕਿ ਕਿਸ ਨੂੰ ਮਨਜ਼ੂਰ ਹੈ ਕਿ ਕੋਈ ਦੁਖੀ ਹੈ ਜਦੋਂ ਜਗਦੀਸ਼ ਟਾਈਟਲਰ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੀ ਕਾਂਗਰਸ। ਸੋ ਦੱਸ ਦਈਏ ਕਿ ਜਗਦੀਸ਼ ਟਾਈਟਲਰ ਦਾ ਹਮੇਸ਼ਾ ਤੋਂ ਨਾਂ ਆਉਂਦਾ ਹੈ ਔਰ ਖਾਸ ਤੌਰ ਤੇ ਜਿਵੇਂ ਹੁਣ ਵੀ ਮਨਜਿੰਦਰ ਸਿਰਸਾ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ। ਜੇਕਰ ਗੱਲ ਕੀਤੀ ਜਾਵੇ 1984 ਦਾ ਦੌਰ, ਹਾਲਾਂਕਿ ਗੱਲ ਕੀਤੀ ਜਾਵੇ ਤਾਂ ਨਵੇਂ ਜਿਹੜੇ ਦਿਨ ਸਾਹਮਣੇ ਆ ਰਹੇ ਨੇ ਅਗਲੇ ਤਾਂ ਉਸੇ ਦਿਨ ਨਾਲ ਸੰਬੰਧਿਤ ਹੈ ਕਿਉਂਕਿ ਇਸੇ ਦਿਨਾਂ ਦੇ ਵਿੱਚ ਜਿਹੜਾ ਉੱਥੇ ਇਹ ਸਾਰੀ ਤਸਵੀਰ ਸਾਹਮਣੇ ਆਈ ਸੀ 1984 ਦੇ ਵਿੱਚ। ਸੋ ਜਗਦੀਸ਼ ਟਾਈਟਲਰ ਦਾ ਉਸ ਵਿਵਾਦਾਂ ਦੇ ਵਿੱਚ ਲਗਾਤਾਰ ਨਾਂ ਜਿਹੜਾ ਸਾਹਮਣੇ ਆ ਰਿਹਾ ਔਰ ਹਾਲ ਹੀ ਦੀ ਗੱਲ ਕੀਤੀ ਜਾਏ ਤਾਂ ਮਨਜਿੰਦਰ ਸਿਰਸਾ ਦੇ ਵੱਲੋਂ ਸਿੱਧੇ ਤੌਰ ਤੇ ਇਹ ਸਵਾਲ ਕੀਤੇ ਗਏ ਨੇ, ਇਲਜ਼ਾਮ ਲਗਾਏ ਜਾ ਰਹੇ ਨੇ ਕਿ ਦਿੱਲੀ ਕਾਂਗਰਸ ਦੇ ਵਿੱਚ ਟਾਈਟਲਰ ਨੂੰ ਸਪੈਸ਼ਲ ਇਨਵਾਈਟੀ ਬਣਾਇਆ ਜਾ ਰਿਹਾ ਔਰ ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਦਾ ਕੰਮ ਕੀਤਾ। ਸੋ ਹੁਣ ਹਾਲ ਹੀ ਦੇ ਵਿੱਚ ਗੱਲ ਕੀਤੀ ਜਾਏ ਤਾਂ ਇਹ ਸਵਾਲ ਵੱਡੇ ਖੜੇ ਕੀਤੇ ਗਏ ਨੇ ਮਨਜਿੰਦਰ ਸਿਰਸਾ ਦੇ ਵੱਲੋਂ। ਸੋ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ, ਜਿਸ ਤੋਂ ਬਾਅਦ ਮਨਜਿੰਦਰ ਸਿਰਸਾ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਪੰਜਾਬ ਦੇ ਕਾਂਗਰਸ ਦੇ ਲੀਡਰਾਂ ਨੂੰ ਵੀ ਸਵਾਲ ਕੀਤਾ ਗਿਆ ਕਿ ਕੋਈ ਦੁਖੀ ਹੈ ਜਾਂ ਫਿਰ ਨਹੀਂ। ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਸਵਾਲ ਕੀਤਾ। ਸੋ ਕਾਤਲ ਨੂੰ ਅਹੁਦਾ ਦੇ ਕੇ ਸ਼ਰਮਨਾਕ ਕੰਮ ਕੀਤਾ, ਕਾਤਲ ਕਰਾਰ ਦਿੰਦੇ ਨਜ਼ਰ ਆਏ ਨੇ ਜਗਦੀਸ਼ ਟਾਈਟਲਰ ਨੂੰ ਮਨਜਿੰਦਰ ਸਿਰਸਾ ਔਰ ਸਵਾਲ ਜਵਾਬ ਕੀਤੇ ਨੇ। ਸੋ ਇੱਕ ਵਾਰ ਟਵੀਟ ਜਿਹੜਾ ਹੈ ਉਹ ਤੁਹਾਨੂੰ ਵਿਖਾ ਦਿੰਦੇ ਆ ਕਿ ਕੁਝ ਲਿਖਦੇ ਹੋਏ ਨਜ਼ਰ ਆਏ ਨੇ। ਮਨਜਿੰਦਰ ਸਿਰਸਾ ਟਵੀਟ ਦੇ ਵਿੱਚ ਲਿਖਦੇ ਨੇ ਕਾਂਗਰਸ ਇਸ ਤਰ੍ਹਾਂ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ। ਕਾਂਗਰਸ ਹਾਈ ਕਮਾਨ ਨੇ ਸਿੱਖ ਕਤਲੇਆਮ ਦੇ ਮਾਸਟਰਮਾਈਂਡ ਅਤੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ 'ਚ ਪਰਮਾਨੈਂਟ ਇਨਵਾਈਟੀ ਬਣਾ ਦਿੱਤਾ। ਸੋ ਇਹ ਟਵੀਟ ਜਿਹੜਾ ਕੀਤਾ ਗਿਆ ਮਨਜਿੰਦਰ ਸਿਰਸਾ ਦੇ ਵੱਲੋਂ, ਜਿਸ ਦੇ ਰਾਹੀਂ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕਿਆ ਗਿਆ ਔਰ ਉਸ ਤੋਂ ਬਾਅਦ ਇੱਕ ਟਵੀਟ ਕੀਤਾ ਗਿਆ। ਦੂਜਾ ਟਵੀਟ ਉਸ ਦੇ ਵਿੱਚ ਲਿਖਦੇ ਨੇ ਕਿ ਪੰਜਾਬ ਕਾਂਗਰਸ ਦੇ ਵਿੱਚ ਕੋਈ ਵੀ ਇਸ ਫੈਸਲੇ ਤੋਂ ਦੁਖੀ ਹੈ, ਸਵਾਲੀਆ ਨਿਸ਼ਾਨ ਲਗਾਇਆ। ਉਸ ਤੋਂ ਬਾਅਦ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਲਗਾਤਾਰ ਸਿੱਖਾਂ ਦੇ ਕਾਤਲਾਂ ਅਤੇ ਜਿਸ ਦਾ ਕੇਸ ਅਜੇ CBI ਦੇ ਕੋਲ ਪੈਂਡਿੰਗ ਹੈ ਉਸ ਨੂੰ ਫੁੱਲਾਂ ਦੇ ਹਾਰ ਚੜਾਏ ਜਾ ਰਹੇ ਨੇ ਪਰ ਪੰਜਾਬ ਕਾਂਗਰਸ ਦੇ ਲੀਡਰ ਅਜੇ ਵੀ ਚੁੱਪ ਨੇ। ਸੋ ਇਸ ਟਵੀਟ ਜਿਹੜਾ ਉਹ ਦੁਬਾਰਾ ਦੂਸਰਾ ਟਵੀਟ ਕਰਦੇ ਹੋਏ ਨਜ਼ਰ ਆਏ ਨੇ ਮਨਜਿੰਦਰ ਸਿਰਸਾ, ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਕਾਂਗਰਸ ਨੂੰ ਸਵਾਲ ਕੀਤੇ ਨੇ। ਜਗਦੀਸ਼ ਟਾਈਟਲਰ ਜੋ ਕਿ 1984 ਦੇ ਕਾਤਲਾਂ ਦਾ ਸਰਗਣਾ ਹੈ, ਜਿਸ ਨੂੰ CBI ਵੱਲੋਂ ਕਾਂਗਰਸ ਦੇ ਰਾਜ ਅੰਦਰ ਕਲੀਨ ਚਿਟ ਦਵਾ ਦਿੱਤੀ ਗਈ ਸੀ ਔਰ ਉਸ ਕੇਸ ਨੂੰ ਫਿਰ ਮੈਂ ਵਾਪਸ ਸੁਰਜੀਤ ਕੀਤਾ, ਜੀਵਿਤ ਕੀਤਾ ਦਿੱਲੀ ਕਮੇਟੀ ਵੱਲੋਂ ਇੱਕ ਪਟੀਸ਼ਨ ਪਾ ਕੇ। ਔਰ ਹੁਣ 17 ਨਵੰਬਰ ਉਹਦੇ ਅੰਦਰ ਤਾਰੀਖ ਸੀ ਜਿਸ 'ਚ ਜੱਜ ਸਾਹਿਬ ਨੇ ਕਿਹਾ ਕਿ CBI ਇਹਦੇ ਅੰਦਰ ਸਟੇਟਸ ਰਿਪੋਰਟ ਫਾਈਲ ਕਰੇ।
ਇਹ ਸਮਝਦੇ ਹੋਏ ਕਿ ਸੀਬੀਆਈ ਨੇ ਸਟੇਟਸ ਰਿਪੋਰਟ ਫਾਈਲ ਕਰ ਦੇਣੀ ਹੈ ਔਰ ਉਹਦੇ ਚੱਲਦੇ ਕਮਲਨਾਥ ਦੇ ਨਾਲ ਜਗਦੀਸ਼ ਟਾਈਟਲਰ ਅੰਦਰ ਜਾ ਸਕਦਾ ਹੈ ਔਰ ਕਾਂਗਰਸ ਨੂੰ ਪਤਾ ਹੈ ਕਿ ਸਾਡੀਆਂ ਮੁਸ਼ਕਲਾਂ ਵਧਣਗੀਆਂ, ਗਾਂਧੀ ਪਰਿਵਾਰ ਦਾ ਨਾਮ ਲਏਗਾ, ਉਹ ਵੀ ਜੇਲ੍ਹ 'ਚ ਜਾਣਗੇ। ਅੱਜ ਇਹ ਗਾਂਧੀ ਪਰਿਵਾਰ ਦੁਬਾਰਾ ਤੋਂ ਜਗਦੀਸ਼ ਟਾਈਟਲਰ ਨਾਲ ਖੜਾ ਹੋ ਗਿਆ ਔਰ ਉਸ ਨੂੰ ਕਾਂਗਰਸ ਦਾ ਇੱਕ ਵੱਡੇ ਲੀਡਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ। ਮੈਨੂੰ ਦੁੱਖ ਤੇ ਅਫਸੋਸ ਇਸ ਗੱਲ ਦਾ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਵਰਗੇ ਲੋਕ ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਚਰਿੱਤਰ ਦਾ ਪਤਨ ਉਦੋਂ ਹੁੰਦਾ ਹੈ ਜਦੋਂ ਇਨਸਾਨ ਸਮਝੌਤੇ ਕਰ ਲੈਂਦਾ ਹੈ। ਸਿੱਧੂ ਸਾਹਿਬ, ਸਮਝੌਤਾ ਤੇ ਇਹ ਆ ਜਦੋਂ 1984 ਦੇ ਕਾਤਲਾਂ ਦੇ ਨੂੰ ਲੈ ਕੇ ਤੁਸੀਂ ਚੁੱਪ ਕਰ ਜਾਓ ਔਰ ਪੀੜਤਾਂ ਦੇ ਨਾਲ ਖੜੇ ਹੋਣ ਦੀ ਬਜਾਏ ਕਾਂਗਰਸ ਦੇ ਕਾਤਲਾਂ ਨਾਲ ਖੜੇ ਹੋ। ਚਰਿੱਤਰ ਦਾ ਪਤਨ ਉਦੋਂ ਹੁੰਦਾ ਹੈ। ਸਾਫ਼ ਜ਼ਾਹਰ ਹੁੰਦਾ ਕਿ ਕਾਂਗਰਸ ਬਦਲੀ ਨਹੀਂ, ਇਹ ਉਹੀ ਕਾਂਗਰਸ ਆ ਜੋ 1984 ਵੇਲੇ ਦੀ, ਉਹੀ ਲੀਡਰ ਜਿਨ੍ਹਾਂ ਨੇ ਸਿੱਖਾਂ ਨੂੰ ਬੜੀ ਬੁਰੀ ਤਰ੍ਹਾਂ ਬੇਰਹਿਮੀ ਨਾਲ ਮਾਰਿਆ, ਉਹੀ ਲੀਡਰ ਅੱਜ ਵੀ ਇਹ ਉੱਚੀਆਂ ਉੱਚੀਆਂ ਪਦਵੀਆਂ ਤੇ ਨੇ। ਕਮਲਨਾਥ ਵੀ ਉੱਥੇ ਹੀ ਆ ਤੇ ਜਗਦੀਸ਼ ਟਾਈਟਲਰ ਵੀ ਆ। ਸੱਜਣ ਕੁਮਾਰ ਵੀ ਜਿੰਨੀ ਦੇਰ ਉਹ ਜੇਲ੍ਹ ਨਹੀਂ ਗਿਆ ਉਨੀ ਦੇਰ ਸੱਜਣ ਕੁਮਾਰ ਵੀ ਬੜੀ ਇੰਪੋਰਟੈਂਟ ਪੋਜੀਸ਼ਨ ਤੇ ਕਾਂਗਰਸ ਵਿੱਚ ਰਿਹਾ। ਤੇ ਇਹ ਹੁਣ ਆਪਣੇ ਆਪ ਨੂੰ ਸੈਕੂਲਰ ਕਹਾਉਣ ਵਾਲੀ ਪਾਰਟੀ, ਪਰ ਅੰਦਰੋਂ ਜਿਹੜਾ ਇਹਨਾਂ ਦਾ ਉਹੀ ਹਾਲ ਆ ਜਿਹੀ ਜੀ ਇਹ 84 ਵਿੱਚ ਸੀਗੀ। ਤੇ ਬੜੀ ਦੁੱਖ ਦੀ ਗੱਲ ਆ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇਸ ਮਾਹੌਲ ਦੇ ਵਿੱਚ ਵੀ कांग्रेस अजय बदली नहीं। जगदीश टाइटलर के नाम को लेकर अब ट्वीट किया, ट्वीट करके कहा कि कांग्रेस पार्टी उन लोगों को जिन लोगों के ऊपर 1984 के दंगों का आरोप है उन्हें अपनी परमानेंट इन्वाइटी बना रही है। पंजाब के लोगों को क्या बिना अक्ल के ये ट्वीट करते हैं। एक्स ऑफिशियो जितने सांसद होते हैं वो परमानेंट इन्वाइटी बनते हैं। इनको ज्ञान नहीं है तो पहले ज्ञान बढ़ाएं अपना। ਦਿੱਲੀ ਕਾਂਗਰਸ ਦੇ ਵਿੱਚ ਟਾਈਟਲਰ ਨੂੰ ਫਿਲਹਾਲ ਇਹ ਜ਼ਿੰਮੇਵਾਰੀ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਉਹ ਤਿੱਖੇ ਸਵਾਲ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸਵਾਲ ਮਨਜਿੰਦਰ ਸਿਰਸਾ ਦੇ ਵੱਲੋਂ ਆਪਣੇ ਟਵੀਟ ਦੇ ਰਾਹੀਂ ਚੁੱਕੇ ਗਏ ਨੇ ਔਰ ਸਿੱਧਾ ਸਵਾਲ ਉਹਨਾਂ ਨੇ ਬਾਈ ਨੇਮ ਨਵਜੋਤ ਸਿੰਘ ਸਿੱਧੂ ਤੋਂ ਵੀ ਪੁੱਛਿਆ ਹੈ ਤੇ ਬਾਕੀ ਕਾਂਗਰਸ ਤੋਂ ਵੀ ਸਵਾਲ ਪੁੱਛ ਰਹੇ ਨੇ। ਉਹਦਾ ਇੱਕ ਇਹ ਵੀ ਖਦਸ਼ਾ ਹੈ, ਜਿਵੇਂ ਉਹਨਾਂ ਨੇ ਜ਼ਿਕਰ ਖੁਦ ਕੀਤਾ ਕਿ ਜੋ 17 ਨਵੰਬਰ ਦੀ ਤਾਰੀਖ ਹੈ ਤੇ ਉਸ ਦੇ ਵਿੱਚ ਜੋ ਸੀਬੀਆਈ ਦੇ ਵੱਲੋਂ ਸਟੇਟਸ ਰਿਪੋਰਟ ਦਾਇਰ ਕੀਤੀ ਜਾਣੀ ਹੈ, ਸੋ ਉਸ ਤੋਂ ਬਾਅਦ ਕਾਂਗਰਸ ਨੂੰ ਯਾਨੀ ਕਿ ਗਾਂਧੀ ਪਰਿਵਾਰ ਨੂੰ ਵੀ ਖਤਰਾ ਹੈ। ਇਹ ਵੀ ਇਲਜ਼ਾਮ ਸਿਰਸਾ ਲਾਉਂਦੇ ਹੋਏ ਨਜ਼ਰ ਆ ਰਹੇ ਨੇ, ਜਿਸ ਤੋਂ ਬਾਅਦ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਸੋ ਕਈ ਤਰ੍ਹਾਂ ਦੇ ਖਦਸ਼ੇ ਜ਼ਾਹਿਰ ਕੀਤੇ ਨੇ। ਅੱਗੇ ਵਧਾਂਗੇ, ਗੱਲ ਕਰਾਂਗੇ ਪੰਜਾਬ ਦੀਆਂ ਚੋਣਾਂ ਦੀ, ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਹਲਚਲ ਤੇਜ਼ ਹੋਈ ਹੈ। ਅੱਜ ਵੀ ਦਿੱਲੀ ਦੇ ਵਿੱਚ ਮੌਜੂਦ ਸੀਐਮ ਚਰਨਜੀਤ ਚੰਨੀ ਨਜ਼ਰ ਆਏ ਨੇ। ਸੀਨੀਅਰ ਕਾਂਗਰਸੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਅਜੇ ਮਾਕਨ ਅਤੇ ਅੰਬਿਕਾ ਸੋਨੀ ਦੇ ਨਾਲ ਮੁਲਾਕਾਤ ਕੀਤੀ ਹੈ। ਕੱਲ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਸਵਾਲੀਆ ਨਿਸ਼ਾਨ ਵੀ ਲਗਾਇਆ ਸੀ ਸੁਨੀਲ ਜਾਖੜ ਹੋਰਾਂ ਨੇ। ਉਹਨਾਂ ਨੇ ਲਿਖਿਆ ਸੀ ਕਿ ਪੰਜਾਬ ਦੇ ਸੀਐਮ ਦਿੱਲੀ ਦੇ ਵਿੱਚ ਤੇ ਦਿੱਲੀ ਦੇ ਸੀਐਮ ਪੰਜਾਬ ਦੇ ਵਿੱਚ ਨੇ। ਸੋ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਮੁਲਾਕਾਤਾਂ ਦਾ ਦੌਰ ਜਾਰੀ ਹੈ ਤੇ ਸੀਐਮ ਚਰਨਜੀਤ ਚੰਨੀ ਅੱਜ ਵੀ ਵੱਡੇ ਕਾਂਗਰਸੀ ਲੀਡਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ, ਸੀਨੀਅਰ ਦੇ ਨਾਲ ਮੁਲਾਕਾਤ ਕਰ ਰਹੇ ਨੇ। ਅਜੇ ਮਾਕਨ ਔਰ ਅੰਬਿਕਾ ਸੋਨੀ ਦੇ ਨਾਲ ਮੁਲਾਕਾਤ ਕੀਤੀ ਇਹਨਾਂ ਦੇ ਵੱਲੋਂ। ਔਰ ਬੀਤੇ ਦਿਨ ਦੀ ਗੱਲ ਕੀਤੀ ਜਾਏ ਤਾਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ। ਦੱਸੀਏ ਕਿ ਜਦੋਂ ਤੋਂ ਸੀਐਮ ਨਵੇਂ ਬਣੇ ਨੇ ਸੀਐਮ ਚਰਨਜੀਤ ਚੰਨੀ, ਤਾਂ ਉਹਨਾਂ ਦੇ ਵੱਲੋਂ ਲਗਾਤਾਰ ਐਕਟਿਵ ਹੋ ਕੇ ਬੇਸ਼ੱਕ ਉਹ ਪੰਜਾਬ ਦੇ ਵਿੱਚ ਵੱਖ-ਵੱਖ ਥਾਈਂ ਜਾਇਆ ਜਾ ਰਿਹਾ ਜਾਂ ਫਿਰ ਦਿੱਲੀ ਦੇ ਕਈ ਗੇੜੇ ਹੁਣ ਤੱਕ ਜਿਹੜੇ ਨੇ ਉਹ ਲੱਗ ਚੁੱਕੇ ਨੇ। ਬੇਸ਼ੱਕ ਉਹ ਮਸਲੇ ਨੂੰ ਸੁਲਝਾਉਣ ਦੀ ਗੱਲ ਹੋਵੇ ਜਾਂ ਫਿਰ ਅੱਗੇ ਦੀ ਰਣਨੀਤੀ ਦੀ ਗੱਲ ਕੀਤੀ ਜਾਵੇ। ਤਾਂ ਹਾਲ ਹੀ ਦੇ ਵਿੱਚ ਗੱਲ ਕਰੀਏ ਤਾਂ ਅੱਜ ਵੀ ਇਹ ਮੀਟਿੰਗ ਹੈ। ਹਾਲਾਂਕਿ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਆਇਆ, ਅਸਤੀਫੇ ਤੋਂ ਬਾਅਦ ਵੀ ਜਿਹੜਾ ਸਭ ਕੁਝ ਠੀਕ ਨਹੀਂ ਸੀ, ਪਰ ਹੁਣ ਖੈਰ ਕਹਿ ਸਕਦੇ ਆ ਕਿ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਕੱਠੇ ਨਜ਼ਰ ਆਏ ਸੀ ਸੀਐਮ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ। ਤੇ ਉਸ ਤੋਂ ਬਾਅਦ ਹੁਣ 2022 ਨੂੰ ਲੈ ਕੇ ਰਣਨੀਤੀ ਨੂੰ ਲੈ ਕੇ ਮੀਟਿੰਗ ਜਿਹੜੀ ਹੈ ਉਹ ਮੰਨੀ ਜਾ ਸਕਦੀ ਹੈ। ਉਧਰ ਮੋੜ ਮੰਡੀ ਬਲਾਸਟ ਕੇਸ ਦੇ ਨਾਲ ਜੁੜੀ ਵੱਡੀ ਖਬਰ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੇ ਵਿੱਚ ਹੁਣ ਤੱਕ ਕੋਈ ਕਾਰਵਾਈ ਤੇ ਜਵਾਬ ਮੰਗਿਆ ਗਿਆ। ਹੁਣ ਤੱਕ ਕੀ ਕੁਝ ਕਾਰਵਾਈ ਹੋਈ ਹੈ ਉਸ ਤੇ ਜਵਾਬ ਮੰਗਿਆ ਗਿਆ। 26 ਨਵੰਬਰ ਨੂੰ ਹਾਈ ਕੋਰਟ ਨੇ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ। ਹਾਲਾਂਕਿ ਇਹ ਪਹਿਲਾ ਦਫਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਸਰਕਾਰ ਤੋਂ ਸਾਰੀ ਰਿਪੋਰਟ ਮੰਗੀ ਜਾ ਚੁੱਕੀ ਹੈ ਇਸ ਮਾਮਲੇ ਦੇ ਵਿੱਚ। ਸੋ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਵਰੀ ਦੇ ਵਿੱਚ ਕਾਂਗਰਸ ਵਿਧਾਇਕ ਹਰਮਿੰਦਰ ਜੱਸੀ ਦੀ ਚੋਣ ਸਭਾ ਦੇ ਵਿੱਚ ਬਲਾਸਟ ਹੋਇਆ ਸੀ, ਜਿਸ ਦੇ ਵਿੱਚ 7 ਮੌਤਾਂ ਹੋਈਆਂ ਸਨ ਔਰ ਕਈ ਜਣੇ ਇਸ ਦੇ ਵਿੱਚ ਜ਼ਖਮੀ ਹੋਏ ਸਨ। ਅਜੇ ਤੱਕ ਇਸ ਕੇਸ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਸੋ ਜਿਸ ਨੂੰ ਲੈ ਕੇ ਪਿਛਲੇ ਦਿਨੀ ਸਵਾਲ ਵੀ ਉੱਠੇ ਸਨ, ਉਸ ਨੂੰ ਲੈ ਕੇ ਕਸਮਾਨ ਵੀ ਪਿਆ ਸੀ। ਸੋ ਮੋੜ ਮੰਡੀ ਬਲਾਸਟ ਕੇਸ ਦੇ ਨਾਲ जुड़ी अहम खबर और फोन लाइन ते ने साडे नाल पत्रकार उमेश शर्मा। जी उमेश की कुछ जानकारी। उमेश आवाज आ पा रही है मेरी थोड़े तक? हाँ जी, अब एक बार गुरजोत सवाल दोहराओ जरा, अपना सवाल किसी का।
ਸੋ ਮਾਮਲੇ ਨੂੰ ਲੈ ਕੇ ਗੱਲ ਕਰ ਰਹੇ ਆ ਜੋ ਮੋੜ ਮੰਡੀ ਬਲਾਸ ਦੇ ਵਿੱਚ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਨੋਟਿਸ ਜਿਹੜਾ ਉਹਨੂੰ ਜਾਰੀ ਕੀਤਾ ਔਰ ਸਾਰਾ ਕੁਝ ਹੁਣ ਤੱਕ ਹੋਈ ਕਾਰਵਾਈ ਦਾ ਵੇਰਵਾ ਮੰਗਿਆ। ਬਿਲਕੁਲ, ਕਿਉਂਕਿ ਮੌੜ ਮੰਡੀ ਜਿਹੜਾ ਬਲਾਸਟ ਸੀਗਾ ਉਹਦੇ ਵਿੱਚ SITਆਂ ਬਣਾਈ ਗਈ ਸੀਗੀ, ਲੇਕਿਨ ਹਲੇ ਤੱਕ ਵੀ 2017 ਤੋਂ ਲੈ ਕੇ ਹੁਣੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਇਹਦੇ ਵਿੱਚ ਇੱਕ ਰਿਵਿਊ ਪਟੀਸ਼ਨ ਪਾਈ ਗਈ ਸੀ, ਫਾਈਲ ਕੀਤੀ ਗਈ ਸੀ ਜਿਹੜੇ ਪਟੀਸ਼ਨਰ ਨੇ ਉਹਨਾਂ ਵੱਲੋਂ। ਉਸੇ ਰਿਵਿਊ ਪਟੀਸ਼ਨ ਤੇ ਅੱਜ ਨੋਟਿਸ ਹੋਇਆ ਹੈ। ਨੋਟਿਸ ਦਾ ਮਤਲਬ ਸਿੱਧਾ ਇਹ ਹੁੰਦਾ ਕਿ ਪੰਜਾਬ ਸਰਕਾਰ ਨੂੰ ਜਿਹੜੀ ਅਗਲੀ ਤਰੀਕ ਹੈ ਉਹਦੇ ਤੇ ਜਵਾਬ ਦੇਣਾ ਹੋਏਗਾ, ਕਿਉਂਕਿ ਪਟੀਸ਼ਨ ਵਿੱਚ ਇਹ ਕਿਹਾ ਗਿਆ ਕਿ SIT ਜ਼ਰੂਰ ਬਣਾ ਦਿੰਦੇ ਲੇਕਿਨ ਕਾਰਵਾਈ ਨਹੀਂ ਹੁੰਦੀ। ਔਰ ਸੁਖਜਿੰਦਰ ਰੰਧਾਵਾ ਜਿਹੜੇ ਗ੍ਰਹਿ ਮੰਤਰੀ ਆ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਉਹਨਾਂ ਨੇ ਵੀ ਇਹ ਕਿਹਾ ਕਿ ਪਿਛਲੀ ਕੈਪਟਨ ਜਦੋਂ ਸੀਗੇ CM ਉਹਨਾਂ ਦੇ ਰਹਿੰਦੇ ਕੁਝ ਨਹੀਂ ਹੋਇਆ, ਕੋਈ ਬੰਦਾ ਨਹੀਂ ਫੜਿਆ ਗਿਆ, ਅਸੀਂ ਇਹਦੀ ਦੁਬਾਰਾ ਰੀ-ਇਨਵੈਸਟੀਗੇਸ਼ਨ ਕਰਾਂਗੇ। ਤੇ ਅੱਜ ਜਿਹੜਾ ਹੈ ਨੋਟਿਸ ਹੋਇਆ ਹੈ, ਹੁਣ ਨੋਟਿਸ ਦਾ ਜਵਾਬ ਦੇਗੀ ਪੰਜਾਬ ਸਰਕਾਰ। ਦੇਖਣਾ ਹੋਏਗਾ ਕਿ ਸਰਕਾਰ ਆਪਣਾ ਕੀ ਜਵਾਬ ਦਿੰਦੀ ਹੈ ਅਗਲੀ ਸੁਣਵਾਈ ਵਿੱਚ। ਠੀਕ ਹੈ ਉਮੇਸ਼, ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ, ਧੰਨਵਾਦ ਹੈ। ਸੋ ਮੋੜ ਮੰਡੀ ਬਲਾਸਟ ਕੇਸ ਹਾਲਾਂਕਿ ਗੱਲ ਕੀਤੀ ਜਾਏ ਪਿਛਲੇ ਦਿਨੀ ਸਵਾਲ ਉੱਠੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜਾ ਉਹ ਕਾਰਵਾਈ ਇਸ ਦੇ ਵਿੱਚ ਸਖਤੀ ਦੇ ਨਾਲ ਸਰਕਾਰ ਦੇ ਵਿੱਚ ਹੋਣ ਦੇ ਨਾਤੇ ਸਰਕਾਰ ਨੂੰ ਚਲਾਉਣ ਦੇ ਨਾਤੇ ਜਿਹੜਾ ਕਾਰਵਾਈ ਨਹੀਂ ਕੀਤੀ ਗਈ ਸੀ। ਸੋ ਇਸ ਦੇ ਵਕੀਲ ਵੀ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਸ਼ਿਕਵੇ ਸ਼ਿਕਾਇਤਾਂ ਕਰਦੇ ਹੋਏ ਨਜ਼ਰ ਆਏ ਸੀ ਜਦੋਂ ਨਿਊਜ਼ 18 ਪੰਜਾਬ ਦੇ ਨਾਲ ਵੀ ਗੱਲਬਾਤ ਕੀਤੀ ਸੀ। ਸੋ ਉਸ ਤੋਂ ਬਾਅਦ ਹਾਲ ਹੀ ਦੀ ਗੱਲ ਕਰੀਏ ਤਾਂ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ, ਯਾਨੀ ਕਿ ਹੁਣ ਦੀ ਨਵੀਂ ਸਰਕਾਰ CM ਚਰਨਜੀਤ ਚੰਨੀ ਦੀ ਨਵੀਂ ਸਰਕਾਰ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋਈ ਕਾਰਵਾਈ ਤੇ ਜਵਾਬ ਜਿਹੜਾ ਹੈ ਉਹ ਸੁਭਾਵਿਕ ਤੌਰ ਤੇ ਦਿੱਤਾ ਜਾਏਗਾ, ਕਿਉਂਕਿ ਹਾਈ ਕੋਰਟ ਦੇ ਵੱਲੋਂ ਨੋਟਿਸ ਜਾਰੀ ਕਰਕੇ ਇਹ ਜਵਾਬ ਮੰਗਿਆ ਗਿਆ ਔਰ ਹੁਣ ਤੱਕ ਇੱਕ ਵੀ ਗ੍ਰਿਫਤਾਰੀ ਇਸ ਦੇ ਵਿੱਚ ਨਹੀਂ ਹੋਈ। तो फिलहाल अगे बढ़ते और गल करांगे अरविंद केजरीवाल की, जो कि 2 दिन पंजाब दौरे ते ने। सो बठिंडा दे विच अरविंद केजरीवाल का व्यापारियों भरोसा सामने आया, उन्हें भरोसा दिता 1 अप्रैल तो व्यापारियों डरन की लोड़ नहीं है। सो आप दी सरकार दे विच कोई भी परेशानी नहीं होगी। सो बीते दिन के बयान की गल की जाए तो उस भी उन्होंने किसानों को भरोसा दिता सी कि 1 अप्रैल तो बाद कोई भी खुदकुशी नहीं करेगा, 30 अप्रैल तक सारे के खाते में मुआवजा आ जाएगा। सो अज की गल की जाए तो अज भी कहा गया व्यापारियों को कि 1 अप्रैल तो डरन की लोड़ नहीं है। सरकार बनन ते इंस्पैक्टर राज खत्म करांगे, पंजाब दे विच गुंडा टैक्स की वसूली बंद करांगे। बिना ना ले केजरीवाल दा मनप्रीत बादल ते भी तंज सामने आया। बठिंडा दे विच वसूलिया जा रहा जो टैक्स, ये भी उन्होंने कहा मनप्रीत बादल के करीबी हैं जयजीत सिंह जोहल। सो उन्होंने वालों भी कहा जा रहा है कि हुण शिकायत होएगी। सो कुल मिला के अरविंद केजरीवाल उन्होंने गल की जाए तो अज व्यापारियों संबोधन दे विच वड्डे वड्डे बयान उन्होंने वालों दिते गए। जिवें बीते दिन कहा गया सी कि मार्च दे विच आप दी सरकार बढ़ेगी, अप्रैल दे विच मुआवजे भी आएंगे ते कोई किसान खुदकुशी नहीं करेगा। ते अज व्यापारियों नूं कह गए ने कि किसी नूं डरन दी लोड़ नहीं है। मैंने कहा कि हम इंस्पेक्टर राज खत्म करेंगे, तो चन्नी साहब ने अखबार में इश्तिहार लगाया कि मैं इंस्पेक्टर राज खत्म करूंगा। तो कर दो, अभी तो 2 महीने हैं, क्यों नहीं करते? कहते क्यों हो? चन्नी साहब कह रहे हैं मैं इंस्पेक्टर राज खत्म करूंगा, करो ना, करते क्यों नहीं? नीयत नहीं है, नीयत खराब है। करना हो तो 2 महीने क्या 49 दिन ही बहुत थे। 49 दिन के अंदर ऐसा करिश्मा करके दिखाया था दिल्ली के अंदर, पूरी दुनिया में चर्चा हुई थी। चन्नी साहब के पास तो 5 महीने मिले उनको। हमारी सरकार बनेगी, फरवरी में चुनाव है, मार्च में नतीजे आ जाएंगे। 1 अप्रैल के बाद हर व्यापारी की सुरक्षा हमारी जिम्मेदारी होगी। और आज आपको कहने के जा रहा हूं, उसके बाद डरने की जरूरत नहीं है। उन्होंने आके कहा जी आप कहते हो हमने इंस्पेक्टर आज खत्म कर दिया, ये दिवाली के टाइम पे आपके इंस्पेक्टर आ रहे हैं हमारे पास, तो हमने लिखित आदेश पारित कर दिया कि कोई भी डिपार्टमेंट का कोई भी अधिकारी किसी भी दुकान पे दिवाली के टाइम पे नहीं जाएगा। लेकिन ऑर्डर कौन मानता? ऑर्डर तो कोई मानता नहीं है। आप जितने मर्जी ऑर्डर पास कर दो, इंस्पेक्टर को दुकान में जाने से कौन रोक सकता है? तो उसी ऑर्डर में हमने लिखा कि अगर कोई आपके यहां अधिकारी या कोई इंस्पेक्टर आ जाए तो ये व्हाट्सएप नंबर है, दूर से उसकी फोटो खींच के इस पे व्हाट्सएप कर देना। भाई साहब, उसके बाद इंस्पेक्टरों ने दिवाली लेना बंद कर दिया। फिर दिवाली जनता की होती थी, इंस्पेक्टर अपने घर पे दिवाली मनाता था, जनता अपने घर पे दिवाली मनाती थी। तो इंस्पेक्टर राज खत्म करना हमको आता है, और इंस्पेक्टर राज खत्म करने की हमारी
नीयत है, क्योंकि हमारी नीयत साफ है। अगर नीयत खराब हो तो अखबार में बड़े बड़े ऐड तो निकलते हैं, लेकिन इंस्पेक्टर आज खत्म नहीं होता। बातें बड़ी बड़ी होता एक जो टैक्स करके भी है क्या है? तो दोस्तों, ऐसे माहौल में व्यापारी अपना व्यापार कैसे करेगा? और आज कह के जा रहा हूं, यहां पे जो टैक्स बंद करेंगे, और उनको भी कह रहा हूं कि अभी बंद कर दो, ज्यादा अच्छा है। ਸੋ ਬਿਆਨ ਦਿੱਤੇ ਗਏ ਨੇ ਬਠਿੰਡਾ ਦੇ ਵਿੱਚ ਤੇ ਖਬਰਾਂ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿਣਗੀਆਂ। ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ।